ਸਾਡੇ ਰਹਿਬਰਾਂ ਤੇ ਸਾਡੇ ਇਸ਼ਟ ਤੇ ਜੇ ਕੋਈ ਹੁਣ ਸਵਾਲ ਉੱਠੂਗਾ ਜਾਂ ਕਿਸੇ ਤਰ੍ਹਾਂ ਦਾ ਨਿਰਾਦਰ ਕਰਨ ਦਾ ਕੋਸ਼ਿਸ਼ ਕੀਤਾ ਜਾਊਗਾ, ਇਹ ਕਿਸੇ ਨੇ ਨਹੀਂ ਸਹਿਣੀ ਗੱਲ। ਇਸ ਗੱਲ ਤੇ ਉਹ ਇਲੈਕਸ਼ਨ ਤਾਂ ਲੜ ਜਾਂਦੇ ਆ, ਵੋਟਾਂ ਵੀ ਪਵਾ ਜਾਂਦੇ ਆ, ਪਰ ਸਾਨੂੰ ਨਿਆਂ ਨਹੀਂ ਦਿੰਦੇ। ਜੇ ਸਾਨੂੰ ਨਿਆਂ ਨਹੀਂ ਦਿੰਦੇ ਫਿਰ ਪੰਥ ਨੂੰ ਕੋਈ ਨਾ ਕੋਈ ਤਾਂ ਫੈਸਲਾ ਲੈਣਾ ਪਊਗਾ। ਜਿਹੜਾ ਪਿੰਡ ਗੁਰੂ ਸਾਹਿਬ ਦੀ ਰਾਖੀ ਨਹੀਂ ਕਰ ਸਕਦਾ ਜਾਂ ਉੱਥੇ ਸਿੰਘ ਨਹੀਂ ਦੇ ਸਕਦਾ ਰਾਖੀ ਕਰਨ ਵਾਸਤੇ, ਉਹ ਫਿਰ ਉੱਥੋਂ ਮਹਾਰਾਜ ਦਾ ਪ੍ਰਕਾਸ਼ ਅਰਦਾਸ ਕਰਕੇ ਤੇ ਬੀੜ ਅੰਮ੍ਰਿਤਸਰ ਸਾਹਿਬ ਵਾਪਸ ਦੇ ਦੇ। ਅੱਜ 4-4 ਪਿੰਡਾਂ 'ਚ 5-5 ਗੁਰਦੁਆਰਾ ਸਾਹਿਬ ਬਣੇ ਹੋਏ ਆ, ਉਹਨਾਂ ਨੂੰ ਵੀ ਫਿਰ ਹੁਣ ਇੱਕ ਹੋਣ ਦੀ ਲੋੜ ਹੈ। ਬਿਲਕੁਲ ਬਾਈ ਜੀ, ਇਹ ਤਾਂ ਪਹਿਲਾਂ ਹੀ ਸਾਨੂੰ ਇੱਕ ਹੋਣ ਦੀ ਲੋੜ ਆ। ਸਾਨੂੰ ਤਾਂ ਸਿਵਿਆਂ ਤੋਂ ਲੈ ਕੇ ਗੁਰਦੁਆਰਿਆਂ ਤੱਕ ਵੰਡਤਾ। ਹੱਲ ਕਿਸੇ ਪੁਲਿਸ ਨੂੰ ਦੇ ਕੇ ਕੇਸ ਪਵਾ ਕੇ ਤੇ ਜੇ ਅਸੀਂ ਕਹੀਏ ਉੱਥੋਂ ਸਾਨੂੰ ਕੋਈ ਇਨਾਮ ਮਿਲ ਜੂਗਾ, ਹੱਲ ਉੱਥੇ ਨਹੀਂ ਪਿਆ। ਕਾਨੂੰਨ ਬਣਾਉਣ ਵਾਲੇ ਜੇ ਉਹਨਾਂ ਬੰਦਿਆਂ ਨੂੰ ਪਾਲਣ ਲੱਗ ਜਾਣ ਜਿਹੜੇ ਬੰਦੇ ਆ ਕੇ ਨਿਰਾਦਰ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਫਿਰ ਅਸੀਂ ਹੱਲ ਉੱਥੋਂ ਲੱਭ ਲਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਸਤਨਾਮ ਸਿੰਘ। ਬੀਤੇ ਦਿਨੀ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸਿਰਫਿਰੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਉਸ ਵੱਲੋਂ ਸਿਗਰਟ ਦਾ ਕਸ਼ ਲੈ ਕੇ ਧੂਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਉਛਾਲਿਆ ਜਾਂਦਾ ਤੇ ਸਿਗਰਟ ਜਿਹੜੀ ਹੈਗੀ ਆ ਜਾਂ ਬੀੜੀ ਹੈਗੀ ਆ ਉਹ ਰਾਗੀ ਸਿੰਘਾਂ ਦੇ ਪੈਰਾਂ ਵੱਲ ਸਿੱਟ ਦਿੱਤੀ ਜਾਂਦੀ ਹੈ, ਜਿਸ ਦੇ ਚੱਲਦਿਆਂ ਸਿੱਖ ਜਥੇਬੰਦੀਆਂ ਵਿੱਚ ਰੋਸ ਪਾਇਆ ਗਿਆ। ਹਰ ਇੱਕ ਸਿੱਖ ਦੇ ਜਿਹੜੇ ਹਿਰਦੇ ਹੈਗੇ ਆ ਬਲੁੰਦਰੇ ਗਏ ਨੇ ਤੇ ਉਸ ਦੇ ਚੱਲਦਿਆਂ ਹਰ ਕੋਈ ਜਿਹੜਾ ਸਿੱਖ ਪੰਥ ਨੂੰ ਪਿਆਰ ਕਰਨ ਵਾਲਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲਾ ਇਨਸਾਨ ਹੈਗਾ, ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰੀ ਭਰਦਾ। ਰੋਸ ਵਜੋਂ ਇੱਥੇ ਇਕੱਤਰਤਾ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਤਰਤਾ ਹੁੰਦੀ ਹੈ। ਬਹੁਤ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਹੈਗੇ ਨੇ, ਹਰ ਇੱਕ ਸਿੱਖ ਇੱਥੇ ਇਕੱਠਾ ਹੁੰਦਾ, ਜਿਸ ਦੇ ਚੱਲਦਿਆਂ ਦੀਪ ਸਿੱਧੂ ਵੀ ਇੱਥੇ ਅੱਜ ਪਹੁੰਚੇ ਨੇ ਤੇ ਗੱਲਬਾਤ ਕਰਦੇ ਆ ਇਸ ਮਾਮਲੇ ਸੰਬੰਧੀ। ਕੀ ਸਾਰਾ ਮਾਮਲਾ ਹੈ ਤੇ ਦੀਪ ਸਿੱਧੂ ਦੇ ਇਸ ਬਾਰੇ ਕੀ ਵਿਚਾਰ ਨੇ, ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜਿਹੜੀ ਇਹ ਘਟਨਾ ਵਾਪਰਦੀ ਹੈ ਸਾਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਆ। ਇਹ ਅੱਜ ਤੋਂ ਨਹੀਂ ਤੁਰ ਰਹੀ, ਇਹ ਤਾਂ ਸਮੇਂ-ਸਮੇਂ ਤੋਂ ਅਸੀਂ ਇਹਨਾਂ ਘਟਨਾਵਾਂ ਨਾਲ ਹੀ ਨਜਿੱਠਣ ਲੱਗੇ ਹੋਏ ਆ, ਹਨਾ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਾਂ ਸਾਡੇ ਇਸ਼ਟ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਹਾਲਾਂਕਿ ਉਹਨਾਂ ਦਾ ਜਿਹੜਾ ਸਾਡਾ ਰੁਤਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਤਾਂ ਇੰਨਾ ਉੱਚਾ ਵੀ ਕੋਈ ਨਿਰਾਦਰ ਉਹਨਾਂ ਦਾ ਅਸੀਂ ਸੋਚ ਨਹੀਂ ਸਕਦੇ ਵੀ ਕੋਈ ਕਰ ਸਕਦਾ, ਪਰ ਫਿਰ ਵੀ ਕੋਸ਼ਿਸ਼ ਤਾਂ ਕਰਦੇ ਆ ਨਾ। ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਆ। ਪਹਿਲੀ ਗੱਲ ਤਾਂ ਇਹ ਕਰਨ ਲੱਗੇ ਹੋਏ ਆ ਵੀ ਸਿੱਖ ਜਾਂ ਸਾਡੀ ਕੌਮ ਇਸ ਗੱਲ ਤੇ ਰਿਐਕਟ ਕਰਨਾ ਹੀ ਬੰਦ ਕਰ ਦੇ, ਇਹਨੂੰ ਬੜਾ ਨਾਰਮਲੀ ਦੇਖਣ ਲੱਗ ਜੇ। ਉਹਦੇ ਨਾਲ ਹੋਣਾ ਕੀ ਆ? ਹੋਣਾ ਇਹ ਆ ਵੀ ਸਾਡਾ ਭਰੋਸਾ ਗੁਰੂ ਸਾਹਿਬ 'ਚ ਉਹਨੇ ਟੁੱਟਣਾ। ਜਿਹੜਾ ਸਾਡੇ ਅੰਦਰ ਭਰੋਸੇ 'ਚੋਂ ਫਿਰ ਜਜ਼ਬਾ ਪੈਦਾ ਹੁੰਦਾ ਲੜਨ ਦਾ, ਉਹ ਜਜ਼ਬੇ ਨੇ ਵੀ ਟੁੱਟ ਜਾਣਾ। ਸੋ ਇਹਨਾਂ ਵੇ ਸਾਡੀ ਇੱਥੇ ਵਸਦੇ ਸਿੱਖਾਂ ਦਾ ਜਾਂ ਜਿਹੜਾ ਸਿੱਖਾਂ ਦਾ ਜਿਨ੍ਹਾਂ ਬੰਦਿਆਂ ਦਾ ਸਾਰੀਆਂ ਸਾਡੇ ਪੰਜਾਬ 'ਚ ਰਹਿੰਦੇ ਹਨਾ, ਇੱਥੇ ਤਾਂ ਹਰ ਕੌਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੀ ਆ। ਉਹਨਾਂ ਦਾ ਕਿਰਦਾਰ ਹੀ ਬਦਲ ਦਿਓ। ਜਦੋਂ ਇਹਨਾਂ ਦਾ ਕਿਰਦਾਰ ਬਦਲਤਾ ਤਾਂ ਫਿਰ ਇਹ ਆਪਦੇ ਹਿਸਾਬ ਨਾਲ ਉਹਨਾਂ ਨੂੰ ਚਲਾਉਣ ਲੱਗ ਜਾਣਗੇ। ਸੋ ਇੱਕ ਕੋਈ ਇਹਨੂੰ ਆਪਾਂ ਕਹਿ ਲਈਏ ਵੀ ਇਹ ਕੋਈ ਇੱਕ ਸਿਰਫਿਰਾ ਆਇਆ ਤੇ ਉਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ। ਇਹ ਇੰਨੀ ਸੌਖੀ ਗੱਲ ਨਹੀਂ ਆ। ਗੱਲ ਕਿਤੇ ਵੀ ਹੁੰਦੀ ਆ, ਕਿਸੇ ਪਿੰਡ ਦੇ ਗੁਰੂ ਘਰ 'ਚ ਹੁੰਦੀ ਆ। ਹੁਣ ਤਾਂ ਤਖਤ ਸਾਹਿਬ ਤੇ ਇਹ ਗੱਲ ਹੋਈ ਹਨਾ। ਇੱਕ ਪਾਸੇ ਕਿਸਾਨੀ ਸੰਘਰਸ਼ ਅਸੀਂ ਲੜੀ ਜਾਂਦੇ ਆ ਤੇ ਕਿਸਾਨੀ ਸੰਘਰਸ਼ ਦੇ ਰਾਹੀਂ ਵੀ ਸਾਡੀ ਹੋਂਦ ਦੀ ਲੜਾਈ ਬਣੀ ਖੜੀ ਆ, ਸਾਡਾ ਹੋਂਦ ਦਾ ਮਸਲਾ ਬਣਿਆ ਖੜਾ। ਪਰ ਇਦੋਂ ਵੱਡੀ ਸਾਡੀ ਹੋਂਦ ਕਿੱਥੇ ਪਈ ਹੋਊ? ਸਾਡੀ ਹੋਂਦ ਹੀ ਤਖਤ ਸਾਹਿਬ 'ਚ ਪਈ ਆ ਹਨਾ, ਸਾਡੇ ਤਖਤਾਂ ਤੇ ਪਈ ਆ। ਸੋ ਜਦੋਂ ਉੱਥੇ ਆ ਕੇ ਹਮਲੇ ਹੁੰਦੇ ਆ, ਸੋ ਇੱਕ ਵਾਰੀ ਤਾਂ ਸਾਰੇ ਪੰਜਾਬ ਨੂੰ ਜਾਂ ਇੱਥੇ ਵਸਦੀ ਹਰ ਕੌਮ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ, ਤੇ ਖਾਸ ਕਰਕੇ ਸਿੱਖਾਂ ਨੂੰ। ਜਦੋਂ ਅਸੀਂ ਕਹਿੰਦੇ ਆ ਨਾ ਗੁਰੂਆਂ ਦੀ ਧਰਤੀ ਆ, ਤੇ ਸਾਡਾ ਦਾਵਾ ਇਸ ਧਰਤੀ ਤੇ ਕਿਉਂ ਸਾਡੀਆਂ ਸ਼ਹਾਦਤਾਂ, ਸਾਡੇ ਸੰਘਰਸ਼ ਆ, ਅਸੀਂ ਬੜੀਆਂ ਘਾਲਣੀਆਂ ਇਸ ਧਰਤੀ ਲਈ। ਸੋ ਇੱਥੇ ਜੇ ਅਸੀਂ ਆਪਦਾ ਇੱਕ ਸੱਭਿਆਚਾਰਕ ਹੋਂਦ ਪੈਦਾ ਕੀਤੀ ਆ, ਤੇ ਬਾਈ ਜੀ ਇਦੋਂ ਵੱਡਾ
ਕੋਈ ਹੋਰ ਸਾਨੂੰ ਸੰਕੇਤ ਮਿਲ ਜੇ ਉਸ ਹੋਂਦ ਦੀ ਲੜਾਈ ਲਈ, ਜਾਂ ਇਦੋਂ ਵੱਡੀ ਘਟਨਾ ਹੋਰ ਅਸੀਂ ਵੇਟ ਕਰ ਰਹੇ ਹਾਂ ਕੋਈ ਵਾਪਰ ਜੂ, ਤੇ ਫਿਰ ਇਦੋਂ ਬਾਅਦ ਰੁਕੂ ਕਿੱਥੇ ਗੱਲ ਜਾ ਕੇ। ਸੋ ਗੱਲ ਨੂੰ ਸਮਝਣਾ ਪੈਣਾ, ਇਹ ਸੋਚੀ ਸਮਝੀ ਸਾਜ਼ਿਸ਼ ਆ। ਇਹ ਸਾਜ਼ਿਸ਼ ਕਿਸੇ ਨੈਸ਼ਨਲ ਪ੍ਰੋਗਰਾਮ ਦੇ ਅਧੀਨ ਵੀ ਮਿਥੀ ਜਾਂਦੀ ਆ ਵੀ ਤੁਸੀਂ ਇੱਕ ਕੌਮ ਜੋ ਇੱਕ ਖਾਸ ਤਰ੍ਹਾਂ ਦਾ ਭਰੋਸਾ ਗੁਰੂ 'ਚ ਰੱਖਦੀ ਆ ਉਹਨੂੰ ਤੋੜ ਦਿਓ, ਤੇ ਉਹ ਇਸ ਗੱਲ ਨੂੰ ਆਮ ਗੱਲ ਸਮਝਣ ਲੱਗ ਜਾਣ। ਜਦੋਂ ਇਹਨੂੰ ਆਮ ਗੱਲ ਸਮਝਣ ਲੱਗ ਜਾਓਗੇ ਤਾਂ ਫਿਰ ਗੁਰੂ ਸਾਹਿਬ 'ਚ ਸਾਡਾ ਜੋ ਗੁਰੂ ਪ੍ਰੇਮ ਆਇਆ, ਇੱਕ ਅਸੀਂ ਨਤਮਸਤਕ ਹੁੰਨੇ ਆ ਜਿਵੇਂ ਗੁਰੂ ਨੂੰ, ਉਹਨਾਂ ਨੂੰ ਦੇਖਦੇ ਆ, ਸਾਡੇ ਇਸ਼ਟ ਦਾ ਸਾਡੇ ਅੰਦਰ ਜੇ ਆਦਬ ਸਤਿਕਾਰ ਆ, ਉਹ ਸਭ ਕੁਝ ਟੁੱਟ ਜਾਣਾ। ਉਹ ਲੋਕ ਕਾਮਯਾਬੀ ਹੁੰਦੇ ਦਿਖਦੇ ਤੁਹਾਨੂੰ। ਹੁਣ ਇੱਥੇ ਤਾਂ ਜਗ੍ਹਾ ਨਹੀਂ ਸੀ ਲੱਭਣੀ ਚਾਹੀਦੀ ਤਿਲ ਸੁੱਟਣ ਨੂੰ, ਤੇ ਅੱਜ ਜਥੇਬੰਦੀਆਂ ਦੇ ਕੁਝ ਟਾਵੀਆਂ ਜਥੇਬੰਦੀਆਂ ਦੇਖਣ ਨੂੰ ਮਿਲਦੀਆਂ। ਉਹ ਜਿਹੜੇ ਕੰਮਾਂ ਵਿੱਚ ਉਹ ਕਾਮਯਾਬ ਹੋਣਾ ਚਾਹੁੰਦੇ ਸੀ, ਪਹਿਲਾਂ ਗੁਰੂ ਘਰਾਂ 'ਚ ਬੇਅਦਬੀ ਕੀਤੀ, ਪਿੰਡਾਂ ਦੇ ਵਿੱਚ ਕਰਦੇ ਗਏ, ਫਿਰ ਹੁਣ ਅੱਜ ਤਖਤਾਂ ਤੇ ਪਹੁੰਚ ਗਏ, ਫਿਰ ਵੀ ਇੱਥੇ ਇਕੱਠ ਨਹੀਂ ਦੇਖਣ ਨੂੰ ਮਿਲਦਾ। ਇਹ ਤਰਾਸਦੀ ਕੌਮ ਨਹੀਂ, ਇਸ ਗੱਲ ਨੂੰ ਕਿੱਦਾਂ ਦੇਖਦੇ ਹੋ? ਦੇਖੋ ਗੱਲ ਇਹ ਹੈ, ਇਹ ਕਾਮਯਾਬ ਤਾਂ ਨਹੀਂ ਹੋਣੇ, ਇਹ ਤਾਂ ਸਦੀਆਂ ਤੋਂ ਤੁਰਿਆ ਆ ਰਹੀ ਹੈ ਨਾ ਗੱਲ। ਤੁਸੀਂ ਇੱਕ ਵੀ ਨਿੱਤਰ ਜਾਂਦਾ ਜਦੋਂ ਫਿਰ ਬੇਅਦਬੀ ਦਰਬਾਰ ਸਾਹਿਬ ਦੀ ਹੁੰਦੀ, ਫਿਰ 2 ਸਿੰਘ ਆ ਜਾਂਦੇ। ਇਹ ਤਾਂ ਜਦੋਂ ਤੱਕ 2 ਵੀ ਨਹੀਂ ਰਹਿ ਜਾਂਦੇ ਕਾਮਯਾਬ, ਤਾਂ ਉਦੋਂ ਵੀ ਨਹੀਂ ਹੋ ਸਕਦੇ। ਪਰ ਬਹੁਤਾਤ ਹੋਣੀ ਚਾਹੀਦੀ ਸੀ, ਉਹ ਕਿਉਂ ਨਹੀਂ ਲੋਕ ਆਏ? ਇਸ ਗੱਲ ਨੂੰ ਕਿੱਦਾਂ ਦੇਖਦੇ? ਦੇਖੋ ਗੱਲ ਕੀ ਹੁੰਦੀ ਆ, ਗੱਲ ਜਿਹੜੀ ਆਈਡੈਂਟੀਫਾਈ ਕਰਨੀ ਹੈ ਨਾ, ਇਹ ਵੀ ਇੱਕ ਸੰਘਰਸ਼ ਬਣ ਗਿਆ। ਇਸ ਗੱਲ ਨੂੰ ਪਹਿਲਾਂ ਤਾਂ ਇਸ਼ੂ ਨੂੰ ਆਈਡੈਂਟੀਫਾਈ ਕਰਨਾ। ਹੁਣ ਜਿਹੜੇ ਇੱਥੇ ਸਾਡੀਆਂ ਸੰਪਰਦਾਵਾਂ ਜਾਂ ਇੱਥੇ ਜਥੇਬੰਦੀਆਂ ਜਾਂ ਕੁਝ ਸਾਡੇ ਜਿਹੜੇ ਚਿੰਤਨ ਕਰਨ ਵਾਲੇ ਸ਼ਖਸੀਅਤਾਂ ਬੈਠੀਆਂ, ਉਹ ਇਸ ਗੱਲ ਨੂੰ ਉਹਨਾਂ ਨੇ ਆਈਡੈਂਟੀਫਾਈ ਕਰਕੇ ਉਹਦੇ ਤੇ ਲਾਮਬੰਦੀ ਸ਼ੁਰੂ ਕੀਤੀ ਆ। ਹੈ ਤਾਂ ਦੇਣੀ ਤੀਜਾ ਤੇ ਚੌਥਾ। ਇਹ ਗੱਲ ਨਹੀਂ ਵੀ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋ ਜੂ, ਇਹ ਵੀ ਗੱਲ ਨਹੀਂ ਵੀ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਨਹੀਂ ਆ, ਜਾਂ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ ਵੀ ਤਖਤ ਸਾਹਿਬ ਤੇ ਜੋ ਘਟਨਾ ਵਾਪਰੀ ਆ ਇਹ ਤੋਂ ਬਾਅਦ ਸਾਡੇ ਲਈ ਹੋਰ ਰਹਿ ਕੀ ਗਿਆ। ਇਹ ਐਸੀ ਗੱਲ ਨਹੀਂ, ਇੱਕ ਵਾਰੀ ਲਾਮਬੰਦੀ ਕਰਨੀ ਜ਼ਰੂਰੀ ਆ। ਤੁਸੀਂ ਆਉਣ ਵਾਲੇ ਦਿਨਾਂ 'ਚ ਵੇਖਿਓ ਤਾਂ ਸਹੀ ਹੁੰਦਾ ਕੀ ਆ। ਇਸ ਇਸ਼ੂ ਨੂੰ ਆਇਡੈਂਟੀਫਾਈ ਕਰਕੇ ਅਸੀਂ ਆਵਾਜ਼ ਤਾਂ ਬੁਲੰਦ ਕੀਤੀ। ਪ੍ਰਦੀਪ ਭਾਈ, ਦੁੱਖ ਦੀ ਗੱਲ ਇਹ ਆ ਕਿ 200 ਗੁਰੂ ਘਰ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੀ ਹੋਣਾ ਹੈ, ਆਸੇ-ਪਾਸੇ। ਜੇ 2 ਬੰਦੇ ਇੱਕ ਗੁਰੂ ਘਰ 'ਚੋਂ ਮੌਕੇ ਤੇ ਵੀ ਆ ਜਾਂਦੇ ਸੁਣ ਕੇ, ਤਾਂ ਇੱਥੇ 400 ਬੰਦਾ ਹੋ ਜਾਣਾ ਸੀ ਮੌਕੇ ਦੇ ਉੱਤੇ। ਪਰ ਅੱਜ ਅਸੀਂ ਚੌਥਾ ਦਿਨ ਵੀ ਜਦੋਂ ਦੇਖਦੇ ਹਾਂ ਤਾਂ ਵੀ 150-200 ਬੰਦਾ ਹੀ ਇੱਥੇ ਇਕੱਠਾ ਹੁੰਦਾ ਹੈ। ਇਹ ਇੱਕ ਸ਼ਰਮ ਦੀ ਵੀ ਗੱਲ ਆ ਤੇ ਦੁੱਖ ਦੀ ਵੀ ਗੱਲ ਆ। ਇਹ ਮੈਸੇਜ ਸੰਦੇਸ਼ ਤੁਸੀਂ ਕਿੱਦਾਂ ਦੇਣਾ ਚਾਹੁੰਦੇ ਹੋ ਸਿੱਖਾਂ ਨੂੰ, ਕੌਮ ਨੂੰ? ਦੇਖੋ ਗੱਲ ਇਹ ਆ, ਤੁਸੀਂ ਗਿਣਤੀਆਂ ਮਿੰਤੀਆਂ 'ਚ ਨਾ ਜਾਓ। ਸਾਡੇ ਗੁਰੂ ਨੇ ਸਾਨੂੰ ਗਿਣਤੀਆਂ ਮਿੰਤੀਆਂ 'ਚ ਤਾਂ ਰੱਖਿਆ ਹੀ ਨਹੀਂ। ਜਦੋਂ ਆਪ 40 ਲੈ ਕੇ ਗੜੀ 'ਚੋਂ 10 ਲੱਖ ਤੋਂ ਉੱਤੇ ਵਾਲੀ ਫੌਜ ਨਾਲ ਲੜਨ ਲੱਗ ਗਏ, ਤੇ ਸਾਨੂੰ ਤਾਂ ਗਿਣਤੀਆਂ ਮਿੰਤੀਆਂ ਤੋਂ ਤਾਂ ਪਰਾਂ ਰੱਖਿਆ ਨਾ। ਪਰ ਤੁਸੀਂ ਇਹ ਨਾ ਇਸ ਗੱਲ ਤੋਂ ਅੰਦਾਜ਼ੇ ਲਾਓ ਵੀ ਬਾਕੀ ਜਾਗਦੇ ਨਹੀਂ ਜਾਂ ਬਾਕੀ ਖੜੇ ਨਹੀਂ ਹੋਣਗੇ। ਜਦੋਂ ਗੱਲ ਗੁਰੂ ਗ੍ਰੰਥ ਸਾਹਿਬ ਤੇ ਆਉਣੀ ਆ, ਉਦੋਂ ਤਾਂ ਸਾਰਾ ਪੰਜਾਬ ਖੜਾ। ਇਹ ਗੱਲ ਨਹੀਂ ਆ। ਇਹ ਜ਼ਰੂਰ ਆ ਵੀ ਸੁਨੇਹੇ ਨਹੀਂ ਪਹੁੰਚੇ ਹਜੇ ਬਹੁਤ ਸਾਡੇ ਜਿਹੜੇ ਈਵਨ ਸਿੱਖ ਸਕਾਲਰਸ ਆ, ਜਿਹੜੇ ਸਾਡੇ ਇੰਟੈਲੈਕਚੁਅਲਸ ਆ, ਉਹਨਾਂ ਤੱਕ ਵੀ ਇਹ ਸੁਨੇਹੇ ਨਹੀਂ ਪਹੁੰਚੇ ਵੀ ਅੱਜ ਇੱਥੇ ਕੋਈ ਇਕੱਠ ਰੱਖਿਆ ਜਾਣਾ ਚਾਹੀਦਾ ਸੀ। ਜਦੋਂ ਅਸੀਂ ਸਮੂਹਕ ਰੂਪ 'ਚ ਜਾਂ ਇੱਕ ਇਕੱਤਰ ਹੋ ਕੇ ਕੋਈ ਸੱਦਾ ਦਿੱਤਾ ਨਾ, ਤੁਸੀਂ ਇੱਥੇ ਵੇਖਿਓ ਹੁੰਦਾ ਕੀ ਆ। ਫਿਰ ਤੁਸੀਂ ਇਸ ਗੱਲ ਨੂੰ ਕਹੋਗੇ। ਦੇਖੋ ਇਹ ਗੱਲ ਨੂੰ ਤਾਂ ਆਪਾਂ ਸਮਝਦੇ ਆ ਨਾ, ਅੱਜ ਗੁਰੂ ਦਾ ਵਰਤਾਰਾ, ਮਹਾਰਾਜ ਦੀ ਉਹਦਾ ਕੀ ਮਰਜ਼ੀ ਕੀ ਆ, ਉਹਨੇ ਕਿਵੇਂ ਕਲਾ ਵਰਤਾਉਣੀ ਆ, ਇਹ ਤਾਂ ਮਹਾਰਾਜ ਨੇ ਵਰਤਾਉਣੀ ਆ। ਪਰ ਇੱਕ ਗੱਲ ਮੈਂ ਇਹ ਗੱਲ ਤੁਹਾਨੂੰ ਦੱਸਦਾ, ਜੋ ਅੱਜ ਦੇ ਸਮੇਂ ਇੱਕ ਕਲੈਕਟਿਵ ਕੌਨਸ਼ੀਅਸਨੈਸ ਕੌਮ 'ਚ ਪੈਦਾ ਹੋਈ ਆ ਤੇ ਬਾਹਰ ਬੈਠੇ ਸੰਗਤਾਂ 'ਚ ਪੈਦਾ ਹੋਈ ਆ, ਜਿਹਨੂੰ ਅਸੀਂ ਸਾਡਾ ਡਾਇਸਪੋਰਾ ਕਹਿੰਦੇ ਆ, ਉਹ ਬਹੁਤ ਬਹੁਤ ਵੱਡੇ ਪੱਧਰ ਤੇ ਪੈਦਾ ਹੋ ਚੁੱਕੀ ਆ। ਲੋਕ ਜਾਗ ਚੁੱਕੇ ਆ, ਸਾਡਾ ਨੌਜਵਾਨ, ਸਾਡਾ ਯੂਥ ਜਾਗ ਚੁੱਕਿਆ ਇਸ ਗੱਲ ਨੂੰ ਲੈ ਕੇ। ਸੋ ਸਾਡੇ ਸਿਧਾਂਤਾਂ ਤੇ, ਸਾਡੇ ਰਹਿਬਰਾਂ ਤੇ, ਸਾਡੇ ਇਸ਼ਟ ਤੇ ਜੇ ਕੋਈ ਹੁਣ ਸਵਾਲ ਉੱਠੂਗਾ ਜਾਂ ਕਿਸੇ ਤਰ੍ਹਾਂ ਦਾ ਨਿਰਾਦਰ ਕਰਨ ਦਾ ਕੋਸ਼ਿਸ਼ ਕੀਤਾ ਜਾਊਗਾ, ਇਹ ਕਿਸੇ ਨੇ ਨਹੀਂ ਸਹਿਣੀ ਗੱਲ। ਪੰਜਾਬ 'ਚ ਰਹਿੰਦੇ ਕਿਸੇ ਧਰਮ ਫਿਰਕੇ ਦੇ ਬੰਦੇ ਨੇ ਨਹੀਂ ਸਹਿਣੀ, ਤੇ ਖਾਸ ਤੌਰ ਤੇ ਸਿੱਖਾਂ ਨੇ ਤਾਂ ਇਹ ਗੱਲ ਜਮਾਂ ਹੀ ਨਹੀਂ ਜਰਨੀ। ਹਾਲਾਂਕਿ ਉਹ ਬੰਦੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਮੌਕੇ ਦੇ ਉੱਤੇ, ਪਰ ਬਹੁਤ ਸਾਰੇ ਸਿੰਘਾਂ ਦੀ ਜਿਹੜੀ ਇੱਥੇ ਗੱਲਬਾਤ ਅਸੀਂ ਕੀਤੀ ਹੈ ਪਿਛਲੇ ਦਿਨੀ, ਤੇ ਅੱਜ ਵੀ ਅਸੀਂ ਗੱਲਬਾਤ ਕਰਦੇ ਹਾਂ, ਆਫ ਰਿਕਾਰਡ ਵੀ ਗੱਲਬਾਤ ਕਰਦੇ ਹਾਂ, ਉਹ ਕਹਿੰਦੇ ਆ ਕਿ ਉਸ ਬੰਦੇ ਨੂੰ ਮੌਕੇ ਦੇ ਉੱਤੇ ਹੀ ਖਤਮ ਕਰ ਦੇਣਾ ਚਾਹੀਦਾ ਸੀ, ਕਾਨੂੰਨ ਨੂੰ ਨਹੀਂ ਦੇਣਾ ਚਾਹੀਦਾ ਸੀ। ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਹੋ ਸਕਦਾ, ਇਹ ਵੀ ਹੋ ਸਕਦਾ ਹੈ ਕਿ ਉਸ ਬੰਦੇ ਨੂੰ ਖਤਮ ਹੋਣ ਲਈ ਹੀ ਭੇਜਿਆ ਗਿਆ ਸੀ ਕਿ ਉਹਨੂੰ ਮੌਕੇ ਦੇ ਉੱਤੇ ਕੋਈ ਮਾਰ ਦੇਵੇ ਤਾਂ ਕਿ ਦੰਗੇ ਭੜਕਾਏ ਜਾ ਸਕਣ, ਉਹਨਾਂ ਲੋਕਾਂ ਦੀ ਭਾਵਨਾਵਾਂ ਭੜਕਣ, ਪੰਜਾਬ ਦੇ ਵਿੱਚ ਇੱਕ ਦੰਗਿਆਂ ਦਾ ਮਾਹੌਲ ਪੈਦਾ ਹੋ ਜੇ, ਜਾਂ ਫਿਰ ਉਸ ਬੰਦੇ ਨੂੰ ਜੋ ਯੂਥ, ਸਿੱਖ ਯੂਥ ਜਿਹੜੇ ਹੈਗੇ ਨੇ, ਜਾਂ ਸਿੱਖ ਨੌਜਵਾਨ ਮੰਗ ਕਰਦੇ, ਉਹ ਮੰਗ ਸਹੀ ਸੀ? ਦੇਖੋ ਗੱਲ ਆਏ ਆ,
ਕਿੰਨੇ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਰਾਦਰ ਕਰਨ ਦੀਆਂ ਕੋਸ਼ਿਸ਼ ਕੀਤੀ ਗਈ, ਗੁਰੂ ਸਾਹਿਬ ਦੇ ਅੰਗ ਵੀ ਖਿਲਾਰੇ ਗਏ। ਅਸੀਂ ਪੁਲਿਸ ਪ੍ਰਸ਼ਾਸਨ ਤੇ ਵੀ, ਅਸੀਂ ਸਰਕਾਰਾਂ ਨੂੰ ਫੜ ਬੰਦੇ ਦਿੱਤੇ, ਅੱਜ ਤੱਕ ਨਿਆਂ ਮਿਲਿਆ? ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਸਿਸਟਮ ਸਾਡੇ ਵਿਰੁੱਧ ਹੀ ਚੱਲ ਰਿਹਾ, ਸਾਡੀ ਹੋਂਦ ਤੇ ਹਸਤੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਉੱਥੋਂ ਨਿਆਂ ਕਿਵੇਂ ਮਿਲ ਜੂਗਾ ਤੁਹਾਨੂੰ? ਸੋ ਇਸ ਕਰਕੇ ਇਸ ਵਰਤਾਰੇ ਨੂੰ ਸਮਝ ਕੇ ਆਪਦਾ ਨਿਆਂ ਅਸੀਂ ਕਿਵੇਂ ਲੈਣਾ, ਇਹ ਪੰਥ ਨੂੰ ਸਮਝਣਾ ਪੈਣਾ। ਹੁਣ ਪੰਥ ਨੇ ਸੁਹਿਰਦ ਹੋ ਕੇ, ਜਿਵੇਂ ਸਾਡੀ ਇੱਕ ਰਵਾਇਤ ਆ, ਸਾਡੀ ਰਵਾਇਤ ਕੀ ਆ, ਸਿੰਘ ਸਾਹਿਬਾਨ ਹਨਾ, ਸਾਡੀ 5 ਮੈਂਬਰੀ ਜਿਹੜੀ ਇੱਕ ਰਵਾਇਤ ਆ, ਸਿੰਘ ਸਾਹਿਬਾਨ ਫੈਸਲਾ ਲੈਂਦੇ ਆ। ਪੰਥ ਨੂੰ ਫੈਸਲਾ ਲੈਣਾ ਪਊਗਾ ਵੀ ਕੱਲ ਨੂੰ ਜਦੋਂ ਸਾਡੇ ਇਸ਼ਟ ਦਾ ਨਰਾਦਰ ਹੋਵੇ ਤੇ ਉਸ ਤੇ ਫਿਰ ਪੰਥ ਨੇ ਨਿਆਂ ਕਿਵੇਂ ਲੈਣਾ। ਇਹ ਪੰਥ, ਮੇਰੀ ਤਾਂ ਕੋਈ ਹਸਤੀ ਨਹੀਂ, ਨਾ ਹੀ ਕੋਈ ਪੰਥਕ ਰਿਪਰੈਜ਼ੈਂਟੇਸ਼ਨ ਆ। ਸੋ ਇਹ ਗੱਲ ਬਹੁਤ ਵੱਡੀ ਆ, ਗੱਲ ਨੂੰ ਬਹੁਤ ਸੁਹਿਰਦਤਾ ਨਾਲ ਵਿਚਾਰਿਆ ਜਾਣਾ ਚਾਹੀਦਾ। ਕਈ ਵਾਰੀ ਜਿਵੇਂ ਤੁਸੀਂ ਹੁਣੇ ਕਿਹਾ ਵੀ ਇਹ ਵੀ ਗੱਲ ਹੋ ਸਕਦੀ ਸੀ ਵੀ ਉੱਥੇ ਜੇ ਅਸੀਂ ਉਹਦਾ ਕੋਈ ਜਾਨੀ ਨੁਕਸਾਨ ਕਰਦੇ ਤੇ ਸਾਨੂੰ ਬਦਨਾਮ ਕਰਕੇ ਤੇ ਦੰਗੇ ਭੜਕਾ ਦਿੰਦੇ। ਦੇਖੋ, ਇੱਕ ਦੇਖਣ ਦਾ ਨਜ਼ਰੀਆ, ਪਰ ਜਦੋਂ ਸਿੰਘ ਸਾਹਿਬਾਨ ਬੈਠਣਗੇ, ਇਸ ਗੱਲ ਨੂੰ ਵਾਚਣਗੇ ਤੇ ਇਹ ਗੱਲ ਵੀ ਸਮਝਣਗੇ ਵੀ ਅੱਜ ਤੱਕ ਜਿੰਨੇ ਨਿਆਂ ਲੈਣ ਦੀ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ, ਸਾਨੂੰ ਸਾਡੇ ਇਸ ਗੱਲ ਤੇ ਉਹ ਇਲੈਕਸ਼ਨ ਤਾਂ ਲੜ ਜਾਂਦੇ ਆ, ਵੋਟਾਂ ਵੀ ਪਵਾ ਜਾਂਦੇ ਆ, ਪਰ ਸਾਨੂੰ ਨਿਆਂ ਨਹੀਂ ਦਿੰਦੇ। ਜੇ ਸਾਨੂੰ ਨਿਆਂ ਨਹੀਂ ਦਿੰਦੇ ਫਿਰ ਪੰਥ ਨੂੰ ਕੋਈ ਨਾ ਕੋਈ ਤਾਂ ਫੈਸਲਾ ਲੈਣਾ ਪਊ ਨਾ। ਸੋ ਪੰਥ ਉਸ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟ ਸਕਦਾ। ਅਸੀਂ ਖੜ ਉਸ ਥਾਂ ਤੇ ਆ ਕੇ ਗਏ ਆ ਜਿੱਥੇ ਹੁਣ ਪੰਥ ਨੂੰ ਆਪ ਫੈਸਲਾ ਲੈਣਾ ਪਊਗਾ ਵੀ ਇਹੋ ਜਿਹੀਆਂ ਘਟਨਾਵਾਂ ਤੇ ਕਰਨਾ ਕੀ ਆ। ਚਲੋ, ਪੰਥ ਨੇ ਮੌਕੇ ਦੇ ਉੱਤੇ ਜੋ ਹੋਇਆ, ਹੁਣ ਕਾਨੂੰਨ ਦੇ ਕੋਲ ਹੈ, ਬੰਦਾ ਹੁਣ ਪੁਲਿਸ ਦੇ ਕੋਲ ਹੈ, ਤਾਂ ਅਗਲੀ ਕਾਰਵਾਈ ਕਾਨੂੰਨ ਦੇ ਹਿਸਾਬ ਨਾਲ ਚੱਲਦੀ ਹੈ। ਤੁਸੀਂ ਕਾਨੂੰਨ ਦੀ ਸਮਝ ਰੱਖਦੇ ਹੋ। ਅੱਜ ਜਿਹੜੀ ਬਾਰ ਐਸੋਸੀਏਸ਼ਨ ਹੈਗੀ ਅਨੰਦਪੁਰ ਸਾਹਿਬ ਦੀ, ਉਹਨਾਂ ਦੇ ਵਕੀਲਾਂ ਕੋਲ ਅਸੀਂ ਗੱਲਬਾਤ ਕਰਕੇ ਆਏ ਆ। ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਉਸ ਮੁਲਜ਼ਮ ਦੇ ਜਿਹੜਾ ਹੱਕ ਦੇ ਵਿੱਚ ਬਿਲਕੁਲ ਨਹੀਂ ਖੜਾਂਗੇ। ਜੇ ਕੋਈ ਬਾਹਰੋਂ ਵੀ ਵਕੀਲ ਆਂਦਾ ਹੈ ਤਾਂ ਵੀ ਅਸੀਂ ਇੱਧਰੋਂ ਪੈਰਵਾਈ ਤਕੜੇ ਹੋ ਕੇ ਕਰਾਂਗੇ, ਤੇ ਬਿਲਕੁਲ ਵੀ ਕੋਈ ਅਨੰਦਪੁਰ ਸਾਹਿਬ ਐਸੋਸੀਏਸ਼ਨ ਦਾ ਕੋਈ ਵੀ ਵਕੀਲ ਉਹਦੇ ਹੱਕ ਦੇ ਵਿੱਚ ਨਹੀਂ ਜਾਊਗਾ। ਤਾਂ ਹੁਣ ਤੁਸੀਂ ਕੀ ਦੇਖਦੇ ਹੋ, ਅਗਲੇਰੀ ਕਾਰਵਾਈ ਜਿਹੜੀ ਧਾਰਾਵਾਂ ਲੱਗੀਆਂ ਹੈ, ਉਹ ਧਾਰਾਵਾਂ ਠੀਕ ਹੈ? ਉਹਨਾਂ ਦੀ ਪੈਰਵਾਈ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਕਾਨੂੰਨੀ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ, ਗੱਲ ਹੋਣਾ ਹੈ, ਹੁਣ ਤਾਂ ਫਿਲਹਾਲ ਅਸੀਂ ਉਸ ਸ਼ਖਸ ਨੂੰ ਜਿਹਨੇ ਆ ਕੇ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਪੁਲਿਸ ਨੂੰ ਦੇਤਾ। ਪੁਲਿਸ ਨੇ ਕੇਸ ਬਣਾਤਾ, FIR ਦਰਜ ਕਰਤੀ। ਹੁਣ ਸਾਡਾ ਪਹਿਲਾ ਮਕਸਦ ਤਾਂ ਇਹ ਆ ਵੀ ਉਹਨੂੰ ਸਜ਼ਾ ਦਵਾਈਏ। ਪਹਿਲੀ ਗੱਲ ਤਾਂ ਇਹ। ਅਗਲੀ ਗੱਲ ਜਿਹੜੀ ਅਸੀਂ ਸੋਚਣੀ ਆ ਉਹ ਇਹ ਆ ਵੀ ਹੁਣ ਕਿਸੇ ਪਿੰਡ 'ਚ, ਚਾਹੇ ਗੁਰੂ ਘਰ ਹੋਣ, ਚਾਹੇ ਸਾਡੇ ਤਖਤ ਹੋਣ, ਚਾਹੇ ਕੋਈ ਇਤਿਹਾਸਕ ਗੁਰੂ ਘਰ ਸਾਡਾ ਹੋਵੇ, ਉੱਥੇ ਅਸੀਂ ਗੁਰੂ ਘਰ ਦੀ ਰਾਖੀ ਲਈ ਤਿਆਰ ਦੋ ਸਿੰਘ ਉੱਥੇ ਹਮੇਸ਼ਾ ਹੋਣੇ ਚਾਹੀਦੇ ਆ। ਉੱਥੇ ਜਦੋਂ ਮਹਾਰਾਜ ਦੀ, ਜਿੱਥੇ ਪ੍ਰਕਾਸ਼ ਆ, ਮਹਾਰਾਜ ਦੀ ਬੀੜ ਪਈ ਆ, ਉੱਥੇ 2 ਤਿਆਰ ਸਿੰਘ ਹੋਣ। ਤੇ ਜਿਹੜਾ ਪਿੰਡ ਗੁਰੂ ਸਾਹਿਬ ਦੀ ਰਾਖੀ ਨਹੀਂ ਕਰ ਸਕਦਾ ਜਾਂ ਉੱਥੇ ਸਿੰਘ ਨਹੀਂ ਦੇ ਸਕਦਾ ਰਾਖੀ ਕਰਨ ਵਾਸਤੇ, ਉਹ ਫਿਰ ਉੱਥੋਂ ਮਹਾਰਾਜ ਦਾ ਪ੍ਰਕਾਸ਼ ਅਰਦਾਸ ਕਰਕੇ ਤੇ ਬੀੜ ਅੰਮ੍ਰਿਤਸਰ ਸਾਹਿਬ ਵਾਪਸ ਦੇ ਦੇ। ਹਨਾ, ਘਰਾਂ 'ਚ 4 ਪਿੰਡਾਂ 'ਚ 5 ਗੁਰਦੁਆਰਾ ਸਾਹਿਬ ਬਣੇ ਹੋਏ ਆ, ਉਹਨਾਂ ਨੂੰ ਵੀ ਫਿਰ ਹੁਣ ਇੱਕ ਹੋਣ ਦੀ ਲੋੜ ਹੈ। ਬਿਲਕੁਲ ਬਾਈ ਜੀ, ਇਹ ਤਾਂ ਪਹਿਲਾਂ ਹੀ ਸਾਨੂੰ ਇੱਕ ਹੋਣ ਦੀ ਲੋੜ ਆ। ਸਾਨੂੰ ਤਾਂ ਸਿਵਿਆਂ ਤੋਂ ਲੈ ਕੇ ਗੁਰਦੁਆਰਿਆਂ ਤੱਕ ਵੰਡਤਾ, ਪਰ ਸਿੱਖ ਉਦੋਂ ਤੱਕ ਉੱਠਦੇ ਨਹੀਂ ਹੈ ਜਦੋਂ ਤੱਕ ਸਿੱਖਾਂ ਦੇ ਉੱਤੇ ਇੱਕ ਵਾਰੀ ਪੂਰਾ ਕੰਮ ਹੋ ਨਹੀਂ ਨਾ ਜਾਂਦਾ। ਉਸ ਤੋਂ ਬਾਅਦ ਇੱਕ ਵਾਰੀ ਲਤਾੜੇ ਜਾਂਦੇ ਚੰਗੀ ਤਰ੍ਹਾਂ, ਫੇਰ ਉੱਠ ਕੇ ਖੜੇ ਹੁੰਦੇ ਆ। ਹੁਣ ਐਡੀ ਵੱਡੀ ਘਟਨਾ ਹੋ ਗਈ, ਹੁਣ ਤਾਂ ਕੋਈ ਸਮਝਣ ਦੀ ਲੋੜ ਹੈ। ਉਹ 5 ਗੁਰਦੁਆਰਿਆਂ ਨੂੰ ਇੱਕ ਕਰਨ ਦੀ ਲੋੜ ਆ, ਉੱਥੇ ਪਹਿਰੇ ਦੇਣ ਦੀ ਹੁਣ ਲੋੜ ਹੈ। ਬਿਲਕੁਲ ਪੂਰੀ ਲੋੜ ਆ ਬਾਈ। ਤੁਸੀਂ ਦੇਖੋ, ਹੁਣ ਤੁਸੀਂ ਕਹਿੰਦੇ ਹੋ, ਹੁਣੇ ਤੁਸੀਂ ਗੱਲ ਕੀਤੀ ਆ ਵੀ ਬਾਰ ਐਸੋਸੀਏਸ਼ਨ 'ਚ ਤੁਸੀਂ ਗਏ, ਉੱਥੇ ਹਰ ਵਕੀਲ ਇਹ ਕਹਿ ਰਿਹਾ ਵੀ ਇਹਦੀ ਜਿਹੜੀ ਕੋਈ ਵੀ ਪੈਰਵਾਈ ਜੇ ਬਾਹਰੋਂ ਵੀ ਕੋਈ ਆ ਕੇ ਕਰੂਗਾ ਨਾ, ਅਸੀਂ ਕਰਨ ਨਹੀਂ ਦਿੰਦੇ। ਇਹ ਇੱਕ ਕਲੈਕਟਿਵ ਕੌਨਸ਼ੀਅਸਨੈਸ ਹੀ ਹੈ ਨਾ, ਜਿਹੜੀ ਕੌਮ 'ਚ ਪੈਦਾ ਹੋ ਰਹੀ ਆ, ਪੰਜਾਬ 'ਚ ਪੈਦਾ ਹੋ ਰਹੀ ਆ ਵੀ ਅਸੀਂ ਇਹ ਗੱਲਾਂ ਹੁਣ ਨਹੀਂ ਜਰ ਸਕਦੇ। ਇਹਦੇ ਤੇ ਤੁਸੀਂ ਮੁੱਦੇ ਬਣਾ ਲਏ, ਇਲੈਕਸ਼ਨ ਲੜ ਲਈਆਂ, ਸਭ ਕੁਝ ਕਰਤਾ, ਪਰ ਕਦੇ ਸਾਨੂੰ ਨਿਆਂ ਨਹੀਂ ਦਿੱਤਾ। ਹੁਣ ਇਹ ਗੱਲਾਂ ਨਹੀਂ ਜਰੀਆਂ ਜਾਣਗੀਆਂ, ਹੁਣ ਨਿਬੇੜੇ ਹੋਣਗੇ ਗੱਲਾਂ ਦੇ। ਤੇ ਜੇ ਤੁਸੀਂ ਨਿਬੇੜੇ ਨਹੀਂ ਕਰ ਸਕਦੇ ਤਾਂ ਪੰਥ ਤਿਆਰ ਆ, ਫਿਰ ਸਾਨੂੰ ਮੌਕਾ ਚਾਹੇ ਆਪ ਲੈਣਾ ਪਵੇ, ਚਾਹੇ ਇਹ ਗੱਲ ਕਹਿਣੀ ਪਵੇ ਵੀ ਬਾਈ ਜੀ ਪੈਰਵਾਈ ਅਸੀਂ ਕਰਾਂਗੇ, ਨਿਆਂ ਤੁਸੀਂ ਕਰ ਦਿਓ ਥਾਂ ਹੀ ਥਾਂ, ਪੈਰਵਾਈ ਤੁਹਾਡੀ ਅਸੀਂ ਕਰਾਂਗੇ। ਪਰ ਹੁਣ ਕਾਨੂੰਨ ਦੇ ਕੋਲ ਹੈਗਾ ਇਹ ਕੇਸ ਸਾਰਾ। ਜਦੋਂ ਅਸੀਂ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਦੇਖਦੇ ਹਾਂ ਜਾਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇਖਦੇ ਹਾਂ, ਉਹਦੇ ਵਿੱਚ ਵੀ ਇਹ ਕਿਹਾ ਗਿਆ ਕਿ ਵਕੀਲਾਂ ਨੇ ਸਰਕਾਰੀ ਵਕੀਲਾਂ ਨੇ ਆਪਣਾ ਸਹੀ ਰੋਲ ਅਦਾ ਨਹੀਂ ਕੀਤਾ। ਔਨ ਰਿਕਾਰਡ ਇਹ ਗੱਲ ਹੈ। ਘਟਨਾ ਤਾਂ ਅੱਜ ਫੇਰ ਉਹੀ ਵਾਪਰੀ ਖੜੀ ਹੈ, ਫੇਰ ਸਰਕਾਰੀ ਵਕੀਲਾਂ ਕੋਲ ਕੇਸ ਆ। ਦੇਖਦੇ ਹੋ ਵੀ ਸਹੀ ਤਰ੍ਹਾਂ ਰੋਲ ਅਦਾ ਕਰਨਗੇ ਆਪਣਾ, ਜਾਂ ਫਿਰ ਤੁਹਾਨੂੰ ਵਿੱਚ ਇਨਵੋਲਵ ਹੋਣ ਦੀ ਲੋੜ ਆ। ਫਿਰ ਸਿੱਖ ਜਿਹੜੇ ਹੈਗੇ ਆ ਵਕੀਲ, ਜਿਹੜੇ ਲੋਕ ਜਿਨ੍ਹਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ
ਹਰ ਤਰ੍ਹਾਂ ਇੱਕ ਪੇਸ਼ਾ ਵੀ ਵਕੀਲ ਦਾ ਹੈਗਾ, ਪਰ ਇੱਕ ਵਕੀਲ ਇੱਕ ਸਿੱਖ ਵੀ ਹੁੰਦਾ। ਤੁਹਾਨੂੰ ਵੀ ਇੰਟਰਫੇਅਰ ਕਰਨ ਦੀ ਉੱਥੇ ਲੋੜ ਆ, ਪਿੱਛੇ ਖੜਨ ਦੀ ਲੋੜ ਆ, ਪੈਰਵਾਈ ਕਰਨ ਦੀ ਲੋੜ। ਬਿਲਕੁਲ ਪੈਰਵਾਈ ਕਰਨ ਦੀ ਲੋੜ ਆ। ਦੇਖੋ ਇਹਨੂੰ ਫਿਲਾਸਫਿਕਲੀ ਗੱਲ ਨੂੰ ਸਮਝੀਏ ਆਪਾਂ। ਜਦੋਂ ਅਸੀਂ ਸਿੱਖ ਕੌਮ ਦੀ ਗੱਲ ਕਰਦੇ ਹਾਂ, ਇੱਕ ਇਹੋ ਜਿਹੀ ਕੌਮ ਆ ਜਿਹੜੀ ਜ਼ੁਲਮ ਦੇ ਖਿਲਾਫ ਲੜੀ ਆ। ਜਦੋਂ ਤੋਂ ਇਤਿਹਾਸ ਸਾਡੇ ਕੋਲੇ ਆ 550 ਸਾਲਾਂ ਦਾ। ਇੱਕ ਇਹੋ ਜਿਹੀ ਕੌਮ ਜਦੋਂ ਕਿਤੇ ਕੋਈ ਮਾਰ ਪੈਂਦੀ ਆ, ਕੁਦਰਤੀ ਮਾਰ ਵੀ ਪੈਂਦੀ ਆ, ਉੱਥੇ ਵੀ ਖੜ ਜਾਂਦੇ ਆ ਜਾ ਕੇ। ਕਦੇ ਅਸੀਂ ਇਹ ਨਹੀਂ ਦੇਖਦੇ ਆਪਦਾ ਪਰਾਇਆ, ਹੈ ਨਾ। ਅਸੀਂ ਚਾਹੇ ਲੰਗਰ ਲਾਉਣੇ ਆ, ਚਾਹੇ ਅਸੀਂ ਕੋਈ ਹੋਰ ਸੇਵਾ ਕਰਨੀ ਆ, ਚਾਹੇ ਕਿਸੇ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਆ, ਅਸੀਂ ਹਮੇਸ਼ਾ ਹੀ ਲੜਦੇ ਆ। ਫਿਰ ਉਹੋ ਜਿਹੀ ਕੌਮ ਜਾਂ ਉਹੋ ਜਿਹੇ ਲੋਕ ਜਿਹੜੀ ਮਨੁੱਖੀ ਅਧਿਕਾਰਾਂ ਦੇ ਖਾਤਰ 550 ਸਾਲ ਤੋਂ ਲੜਦੀ ਆ ਰਹੀ ਆ, ਤੁਸੀਂ ਉਹਨਾਂ ਦੇ ਇਸ਼ਟ ਤੇ ਆ ਕੇ ਹਮਲੇ ਕਰੋਗੇ। ਤੇ ਅਸੀਂ ਲੜਦੇ ਕਿਉਂ ਆ? ਕਿਉਂਕਿ ਸਾਡਾ ਤਾਂ ਭਰੋਸਾ ਨਾ ਸਾਡੇ ਇਸ਼ਟ 'ਚ, ਸਾਡੇ ਗੁਰੂ 'ਚ। ਤੇ ਜੇ ਉਹ ਭਰੋਸਾ ਤੋੜੋਗੇ ਤਾਂ ਫਿਰ ਤਾਂ ਤੁਸੀਂ ਗਲਤ ਹੋ, ਫਿਰ ਅਸੀਂ ਗਲਤ ਕਿੱਥੋਂ ਹੋਏ? ਅਸੀਂ ਤਾਂ ਤੁਹਾਡੇ ਹੱਕਾਂ ਖਾਤਰ ਲੜਦੇ ਆ ਰਹੇ ਹਾਂ, ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਰਹੇ ਹਾਂ, ਅਸੀਂ ਤਾਂ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਬੋ ਦੀ ਗੱਲ ਕਰਦੇ ਆ ਰਹੇ ਹਾਂ। ਜੇ ਇਹੋ ਜਿਹੀ ਕੌਮ ਨੂੰ, ਇਹੋ ਜਿਹੇ ਲੋਕਾਂ ਨੂੰ ਤੇ ਇਹਨਾਂ ਦੇ ਭਰੋਸੇ ਨੂੰ ਤੁਸੀਂ ਅੱਜ ਤੋੜਨ ਲੱਗ ਗਏ, ਫਿਰ ਤਾਂ ਗਲਤੀ ਸਿਸਟਮ 'ਚ ਆ, ਗਲਤੀ ਤੁਹਾਡੇ 'ਚ ਆ, ਗਲਤੀ ਸਾਡੇ 'ਚ ਨਹੀਂ ਆ। ਫਿਰ ਇੱਥੇ ਪੰਜਾਬ ਦੀ ਧਰਤੀ ਤੇ ਰਹਿਣ ਵਾਲਾ ਕੋਈ ਪੁਲਿਸ ਵਾਲਾ ਹੋਵੇ, ਕੋਈ ਜੱਜ ਹੋਵੇ, ਕੋਈ ਵਕੀਲ ਹੋਵੇ, ਉਹਨੇ ਭੁਗਤਣਾ ਕਿੱਥੇ ਆ? ਉਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਕ 'ਚ ਹੀ ਭੁਗਤਣਾ। ਨਤਮਸਤਕ ਇੱਥੇ ਹੀ ਹੋਣਾ ਆ ਕੇ। ਇਸ ਕਰਕੇ ਕੱਲਾ ਇਹ ਨਹੀਂ ਵੀ ਅਸੀਂ ਇੰਟਰਫੇਅਰ ਕਰਾਂਗੇ, ਅਸੀਂ ਸਾਰੇ ਇੰਟਰਫੇਅਰ ਕਰਾਂਗੇ। ਇੱਕ ਕਲੈਕਟਿਵ ਕੌਨਸ਼ੀਅਸਨੈਸ ਜਿਹੜੀ ਪੈਦਾ ਹੋਈ ਆ, ਕਲੈਕਟਿਵਲੀ ਇੰਟਰਫੇਅਰ ਕਰਕੇ ਸਜ਼ਾ ਦਿਵਾਵਾਂਗੇ, ਚਾਹੇ ਸਾਨੂੰ ਕਿਸੇ ਹੱਦ ਤੱਕ ਵੀ ਜਾਣਾ ਪੈ ਜੇ ਇਸ ਗੱਲ ਲਈ। ਫਿਰ ਕੀ ਦੇਖਦੇ ਹੋ, ਹੱਲ ਕੀ ਆ ਇਹਨਾਂ ਮਸਲਿਆਂ ਦਾ? ਹੱਲ ਕਿੱਦਾਂ ਹੋਊਗਾ? ਉਹਨਾਂ ਦੇ ਤਾਂ ਹੌਸਲੇ ਹੁਣ ਖੁੱਲ੍ਹ ਚੁੱਕੇ ਆ, ਕਿਉਂਕਿ ਤਾਰਾਂ ਉੱਥੇ ਹੀ ਜੁੜਦੀਆਂ ਜਿੱਥੇ ਪਹਿਲਾਂ ਸੀ। ਗੱਲ ਕਹੀ ਜਾਂਦੀ ਕਿ ਉਹ ਸੌਦਾ ਸਾਹਿਬ ਦਾ ਹੀ ਚੇਲਾ ਹੈ, ਉੱਥੇ ਉਸ ਦੇ ਫਾਦਰ ਜਿਹੜੇ ਹੈਗੇ ਆ 7 ਮੈਂਬਰੀ ਕਮੇਟੀ ਦਾ ਵੀ ਉਹ ਮੈਂਬਰ ਹੈ, ਉਹਦਾ ਪਿਓ, ਤੇ ਹੋਰ ਬਹੁਤ ਸਾਰੀਆਂ ਗੱਲਾਂ, ਵਿਆਹ ਵੀ ਉੱਥੇ ਹੀ ਹੁੰਦਾ। ਤਾਰਾਂ ਉੱਥੇ ਹੀ ਜੁੜਦੀਆਂ, ਹੌਸਲੇ ਵੀ ਖੁੱਲ੍ਹੇ ਹੋਏ ਆ। ਅੱਗੇ ਇਹ ਘਟਨਾਵਾਂ ਨਾ ਹੋਵੇ, ਕੀ ਕਰਨਾ ਚਾਹੀਦਾ, ਕਿੱਦਾਂ ਰੁਕਣਗੀਆਂ? ਦੇਖੋ ਗੱਲ ਇਹ ਆ, ਫਿਰ ਤਾਂ ਜਦੋਂ ਆਪਾਂ ਹੱਲ ਦੀ ਗੱਲ ਕਰਦੇ ਹਾਂ, ਹੱਲ ਤਾਂ ਫਿਰ ਪੰਥ ਨੂੰ ਆਪ ਲੱਭਣਾ ਪੈਣਾ ਤੇ ਪੈਦਾ ਕਰਨਾ ਪੈਣਾ। ਹੱਲ ਉੱਥੇ ਹੀ ਹੋਣਾ ਜਾ ਕੇ, ਜੇ ਅਸਲ ਸੱਚ ਪੁੱਛੋ ਤਾਂ। ਹੱਲ ਕਿਸੇ ਪੁਲਿਸ ਨੂੰ ਦੇ ਕੇ ਕੇਸ ਪਵਾ ਕੇ ਤੇ ਜੇ ਅਸੀਂ ਕਹੀਏ ਉੱਥੋਂ ਸਾਨੂੰ ਕੋਈ ਇਨਾਮ ਮਿਲ ਜੂਗਾ, ਹੱਲ ਉੱਥੇ ਨਹੀਂ ਪਿਆ। ਕਿਉਂਕਿ ਗੱਲ ਇਹ ਤੋਂ ਪਰਾਂ ਦੀ ਆ, ਗੱਲ ਇਸ ਕਾਨੂੰਨ ਤੋਂ ਵੀ ਪਰਾਂ ਦੀ ਆ। ਇਸ ਕਾਨੂੰਨ ਨੂੰ ਪੇਸ਼ ਕਿਵੇਂ ਕੀਤਾ ਜਾਂਦਾ, ਸਭ ਤੋਂ ਪ੍ਰਮੁੱਖ ਬਣਾ ਕੇ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ, ਹੈ ਨਾ। ਪਰ ਕਾਨੂੰਨ ਬਣਾਉਣ ਵਾਲੇ ਜੇ ਉਹਨਾਂ ਬੰਦਿਆਂ ਨੂੰ ਪਾਲਣ ਲੱਗ ਜਾਣ ਜਿਹੜੇ ਬੰਦੇ ਆ ਕੇ ਨਿਰਾਦਰ ਕਰਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਫਿਰ ਅਸੀਂ ਹੱਲ ਉੱਥੋਂ ਲੱਭ ਲਾਂਗੇ। ਸੋ ਇਹਦਾ ਮਤਲਬ ਹੱਲ ਪੰਥ ਕੋਲੇ ਆ। ਇਹ ਗੱਲ ਅੱਜ ਸਮਝ ਲਈਏ, ਇਹ ਗੱਲ ਸਮਝ ਲਈਏ। ਜੇ ਅਸੀਂ ਕਹੀਏ ਵੀ ਕਿਸੇ ਹੋਰ ਕੋਲੇ ਹੱਲ ਆ, ਉਹ ਤਾਂ ਸਾਨੂੰ ਤੇਜਾ ਕੇ ਸਾਨੂੰ ਹੋਰ ਪਾਸੇ ਸਾਡੀ એનર્ਜੀ ਨੂੰ, ਸਾਡੇ ਫੋਕਸ ਨੂੰ ਕਿਵੇਂ ਲੂਜ਼ ਕਰਾਉਣਾ, ਉਹ ਤਾਂ ਇਹ ਕੰਮ ਕਰ ਦੇਣਗੇ। ਪਰ ਹੱਲ ਇਸ ਗੱਲ ਤੇ ਜੇ ਆਉਣਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨਾ ਹੋਣ ਜਾਂ ਨਿਰਾਦਰ ਨਾ ਹੋਵੇ, ਤੇ ਇਹਦਾ ਹੱਲ ਕਿੱਥੇ ਪਿਆ? ਇਹ ਸਿੱਖ ਪੰਥ ਨੂੰ ਪਤਾ ਵੀ ਇਹ ਪੰਥ ਕੋਲੇ ਹੀ ਪਿਆ, ਇਹ ਹੱਲ ਹੋਰ ਕਿਸੇ ਕੋਲੇ ਨਹੀਂ ਹੈ। ਸੋ ਬਿਲਕੁਲ ਦੀਪ ਸਿੱਧੂ ਨਾਲ ਗੱਲਬਾਤ ਕੀਤੀ ਹੈ। ਦੀਪ ਸਿੱਧੂ ਦਾ ਇਹ ਕਹਿਣਾ ਹੈ ਕਿ ਸਾਰੀ ਗੱਲ ਘੁੰਮ ਕੇ ਜਿਹੜੀ ਹੈਗੀ ਆ ਉਹ ਇੱਕੇ ਥਾਂ ਟਿਕ ਜਾਂਦੀ ਹੈ ਕਿ ਫੈਸਲਾ ਪੰਥ ਨੇ ਕਰਨਾ ਹੈ, ਭਾਵੇਂ ਦੋਸ਼ੀ ਅੱਜ ਕਾਨੂੰਨ ਦੇ ਕੋਲ ਹੈ, ਪਰ ਆਖਰ ਵਿੱਚ ਇਹ ਮੁੱਦਾ ਜਿਹੜਾ ਹੈਗਾ ਉਹ ਨਿਪਟਾਣਾ ਪੰਥ ਨੂੰ ਹੀ ਪਏਗਾ। ਪੰਥ ਨੂੰ ਸੋਚਣਾ ਪਊਗਾ, ਸਿੱਖ ਸੰਗਤ ਨੂੰ ਸੋਚਣਾ ਪਊਗਾ ਕਿ ਅਜਿਹੇ ਮਾਮਲਿਆਂ ਨੂੰ ਠੱਲ ਕਿੱਦਾਂ ਪਾਉਣੀ ਹੈ। ਪਰ ਹਾਲ ਦੀ ਘੜੀ ਜੋ ਦੋਸ਼ੀ ਹੈਗਾ, ਮੁਜਰਮ ਹੈਗਾ, ਉਹ ਕਾਨੂੰਨ ਦੇ ਕੋਲ ਹੈ, ਪੁਲਿਸ ਦੇ ਕੋਲ ਹੈ। ਅਗਲੇਰੀ ਕਾਰਵਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਸਿੱਖ ਪੰਥ ਨੂੰ ਜੋ ਇਨਸਾਫ ਮਿਲਦਾ, ਜੋ ਕੌਮ ਦੇ ਹਿਰਦੇ ਵਲੁੰਦਰੇ ਗਏ ਨੇ, ਜੋ ਸਿੱਖ ਭਾਵਨਾਵਾਂ ਭੜਕਾਈਆਂ ਗਈਆਂ, ਇਨਸਾਫ ਮਿਲਦਾ ਜਾਂ ਨਹੀਂ ਮਿਲਦਾ, ਉਹ ਆਉਣ ਵਾਲਾ ਸਮਾਂ ਦੱਸੇਗਾ। ਨਿਰਭੈ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।